ਸਾਨੂੰ ਅੰਦੋਲਨ ਜੀਵੀ ਕਹਿ ਰਹੇ ਨੇ ਤਾਂ ਉਹਨਾਂ ਨੂੰ ਆਜ਼ਾਦੀ ਇਹ ਅੰਦੋਲਨ ਜੀਵੀਆਂ ਕਰਕੇ ਹੀ ਮਿਲੀ ਹੈ, ਨਹੀਂ ਤਾਂ ਉਹਨਾਂ ਦੇ ਮਾਫੀ ਜੀਵੀ ਨੇ ਤਾਂ ਮਾਫੀ ਦੀਆਂ ਚਿੱਠੀਆਂ ਲਿਖਤੀਆਂ ਸੀ। ਉਹ ਸਾਨੂੰ ਅੰਦੋਲਨ ਜੀਵੀ ਕਹਿ ਰਹੇ ਨੇ, ਅਸੀਂ ਉਹਨਾਂ ਨੂੰ ਕੀ ਕਹੀਏ? ਭਾਸ਼ਣ ਜੀਵੀ, ਝੂਠ ਜੀਵੀ, ਜੁਮਲਾ ਜੀਵੀ। ਉਹ ਬਹੁਤ ਵਧੀਆ ਥੀਏਟਰ ਆਰਟਿਸਟ ਵੀ ਨੇ, ਇੰਨੀ ਸੋਹਣੀ ਐਕਟਿੰਗ ਕਰਦੇ ਨੇ। ਉਹ ਸਿਰਫ ਝੂਠ ਬੋਲ ਸਕਦੇ ਨੇ, ਹੋਰ ਉਹਨਾਂ 'ਚ ਕੋਈ ਖੂਬੀ ਨਹੀਂ ਹੈਗੀ। ਜਿਹੜੇ 100 ਦਿਨ ਪੂਰੇ ਹੋ ਗਏ, ਇਹ ਆਪਾਂ ਕਹਿ ਸਕਦੇ ਹਾਂ ਕਿਸਾਨਾਂ ਦਾ ਇੱਕ ਸਬਰ ਹੈ ਤੇ ਸਰਕਾਰ ਦਾ ਜਬਰ। ਸੰਘਰਸ਼ ਮੈਨੂੰ ਲੱਗਦਾ ਹੈ ਕਿ ਲੰਬਾ ਚੱਲੇਗਾ, ਲੇਕਿਨ ਅਸੀਂ ਆਪਣੀ ਜਿੱਤ ਹਾਸਿਲ ਕਰਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਪ੍ਰਦੇਸ਼ ਟੀਵੀ ਤੇ ਰੈੱਡ ਐਫਐਮ ਕੈਨੇਡਾ ਜੁੜੇ ਸਾਰੇ ਅਜ਼ੀਜ਼ ਸਾਥੀਆਂ ਦਾ ਮੈਂ ਰਾਜ਼ਿਬ ਕੌਰ ਨਿੱਗਾ ਸਵਾਗਤ ਕਰਦੀ ਹਾਂ। ਕਿਸਾਨੀ ਅੰਦੋਲਨ ਨੂੰ 100 ਤੋਂ ਉੱਪਰ ਦਿਨ ਟੱਪ ਚੁੱਕੇ ਨੇ, ਪਰ ਸੰਘਰਸ਼ ਉਸੇ ਤਰ੍ਹਾਂ ਜਾਰੀ ਹੈ, ਸਗੋਂ ਉਸ ਤੋਂ ਵੀ ਜ਼ਿਆਦਾ ਤੇਜ਼ ਹੋ ਚੁੱਕਿਆ। ਜਿੱਥੇ ਇਹ ਲੱਗਦਾ ਸੀ ਸਰਕਾਰ ਨੂੰ ਕਿ ਲੋਕ ਹੁਣ ਥੱਕ ਜਾਣਗੇ, ਘਰਾਂ ਨੂੰ ਵਾਪਸ ਮੁੜ ਜਾਣਗੇ, ਪਰ ਜਿਸ ਤਰ੍ਹਾਂ ਕਿਸਾਨ ਮਹਾਪੰਚਾਇਤਾਂ ਤੇ ਕਿਸਾਨ ਮਹਾਰੈਲੀਆਂ ਦੇ ਵਿੱਚ ਇਕੱਠ ਦੇਖਣ ਨੂੰ ਮਿਲ ਰਿਹਾ, ਇੰਜ ਲੱਗਦਾ ਕਿ ਲੋਕ ਸਗੋਂ ਉਦੋਂ ਵੱਧ ਉਤਸ਼ਾਹ ਦੇ ਨਾਲ ਇਹਨਾਂ ਰੈਲੀਆਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਆ, ਕਿਉਂਕਿ ਹੁਣ ਉਹਨਾਂ ਨੂੰ ਲੱਗਦਾ ਕਿ ਜੇਕਰ ਇਹ ਸੰਘਰਸ਼ ਨਾ ਜਿੱਤਿਆ ਤਾਂ ਹਰ ਪਾਸਿਓਂ ਹੀ ਲੋਕਾਂ ਦੀ ਹਾਰ ਹੋਣੀ ਹੈ, ਆਮ ਲੋਕਾਂ ਦੀ ਹਾਰ ਹੋਣੀ ਹੈ। ਇਸ ਤਰ੍ਹਾਂ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ, ਆਪਾਂ ਕਹਿ ਲਈਏ ਹਰ ਵਰਗ ਦੇ ਜਿਹੜੇ ਲੋਕ ਆ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਇੱਕ ਬੱਚੀ ਸੰਘਰਸ਼ ਸ਼ੰਭੂ ਮੋਰਚੇ ਤੋਂ ਲੈ ਕੇ ਹੁਣ ਤੱਕ 100 ਦਿਨ ਪੂਰੇ ਹੋਣ ਤੱਕ ਸੰਘਰਸ਼ ਦੇ ਨਾਲ ਜੁੜੀ ਹੋਈ ਹੈ। ਉਸ ਬੱਚੀ ਦੇ ਨਾਲ ਹੀ ਅੱਜ ਆਪਾਂ ਗੱਲਬਾਤ ਕਰਦੇ ਹਾਂ, ਪਰਨੀਤ ਕੌਰ ਦੇ ਨਾਲ। ਸਭ ਤੋਂ ਪਹਿਲਾਂ ਜੀ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਅੱਜ ਇੱਥੇ ਆਏ ਹੋ, ਚੱਪੜਚਿੜੀ ਦੇ ਵਿੱਚ ਕਿਸਾਨ ਮਹਾਸਭਾ ਕੀਤੀ ਜਾ ਰਹੀ ਹੈ। ਇਹ ਖਾਸ ਤੌਰ ਤੇ ਸ਼ਹਿਰੀ ਨੌਜਵਾਨ ਅਤੇ ਕਿਸਾਨ, ਇਹ ਲਿਖਿਆ ਗਿਆ ਇਹਦੇ ਨਾਮ ਦੇ ਵਿੱਚ। ਸ਼ਹਿਰੀ ਨੌਜਵਾਨ ਦੇ ਬਾਰੇ ਕੀ ਸੋਚਦੇ ਹੋ ਕਿ ਜੇ ਇਹ ਸ਼ਹਿਰੀ ਨੌਜਵਾਨ ਖਾਸ ਤੌਰ ਤੇ ਲਿਖਿਆ ਗਿਆ, ਉਹਨਾਂ ਨੂੰ ਜੋੜਨ ਦੇ ਲਈ ਕਿਸਾਨਾਂ ਦੁਆਰਾ ਇਹ ਮਹਾਸਭਾ ਰੱਖੀ ਗਈ ਹੈ? ਕੀ ਲੱਗਦਾ ਰਵੱਈਆ ਜਿਹੜੇ ਨੌਜਵਾਨ ਖਾਸ ਤੌਰ ਤੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ, ਉੱਥੇ ਜੰਮੇ ਪਲੇ ਨੇ, ਆਪਣੇ ਖੇਤਾਂ ਤੋਂ ਦੂਰ ਰਹੇ ਨੇ, ਉਹਨਾਂ ਦਾ ਰਵੱਈਆ ਕਿੰਝ ਲੱਗਦਾ ਕਿਸਾਨੀ ਸੰਘਰਸ਼ ਦੇ ਪ੍ਰਤੀ? ਜਿੱਦਾਂ ਕਹਿੰਦੇ ਨੇ ਕਿ ਮਤਲਬ ਜਿਹੜੇ ਸ਼ਹਿਰਾਂ ਦੇ ਨੌਜਵਾਨ ਨੇ ਉਹ ਜ਼ਰੂਰ ਆਪਣੇ ਪਿੰਡਾਂ ਤੋਂ ਦੂਰ ਰਹੇ ਨੇ, ਲੇਕਿਨ ਉਹਨਾਂ ਦੇ ਦਿਲ ਦੇ ਵਿੱਚ ਉਹਨਾਂ ਦੇ ਖੇਤ ਵਸਦੇ ਨੇ। ਤੇ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਇੰਨਾ ਇਕੱਠ ਹੋਇਆ, ਇਹ ਸ਼ਹਿਰੀ ਨੌਜਵਾਨਾਂ ਦਾ ਇਕੱਠ ਹੈ ਤੇ ਇਹ ਸਾਰੇ ਖੇਤਾਂ ਦੇ ਨਾਲ ਪਿਆਰ ਕਰਦੇ ਨੇ, ਤਾਂ ਹੀ ਇਹ ਇੱਥੇ ਇਕੱਠ ਵਿੱਚ ਆਏ ਨੇ। ਤੁਹਾਡਾ ਜਿਵੇਂ ਤੁਸੀਂ ਹੁਣ ਸਕੂਲ ਦੇ ਵਿੱਚ ਜਾਂਦੇ ਹੋ, ਜਿਵੇਂ ਤੁਸੀਂ ਦੱਸਿਆ ਕਿ ਐਗਜ਼ਾਮਸ ਹੋਣ ਵਾਲੇ ਨੇ, ਹੁਣ ਸਰਕਾਰ ਦੁਆਰਾ ਐਗਜ਼ਾਮਸ ਵੀ ਰੱਖ ਦਿੱਤੇ ਗਏ ਨੇ। ਉਹ ਦੂਜੇ ਪਾਸੇ ਕਰੋਨਾ ਦਾ ਡਰ ਵੀ ਹੁਣ ਸਤਾਏ ਜਾ ਰਿਹਾ, ਕਹਿੰਦੇ ਨੇ ਕਰੋਨਾ ਦੇ ਕੇਸ ਵੱਧਦੇ ਜਾ ਰਹੇ ਨੇ। ਦੂਜੇ ਪਾਸੇ ਬੰਗਾਲ ਦੇ ਵਿੱਚ ਰੈਲੀਆਂ ਉਸੇ ਤਰ੍ਹਾਂ ਜਾਰੀ ਨੇ, ਜਿਹੜੇ 5 ਰਾਜਾਂ ਦੇ ਵਿੱਚ ਕੀਤੀਆਂ ਜਾਣੇ ਨੇ, ਆਮ ਚੋਣਾਂ ਹੋਣੀਆਂ ਨੇ, ਉੱਥੇ ਸਰਕਾਰ ਦੁਆਰਾ, ਭਾਜਪਾ ਸਰਕਾਰ ਦੁਆਰਾ ਰੈਲੀਆਂ ਕੀਤੀਆਂ ਜਾ ਰਹੀਆਂ। ਹੁਣ ਇਹ ਕਰੋਨਾ ਦਾ ਜੇ ਆਪਾਂ ਕਹੀਏ ਤਾਂ ਕਰੋਨਾ ਦਾ ਕੀ ਲੱਗਦਾ ਕਿ ਕਰੋਨਾ ਸੱਚੀ ਮੁੱਚੀ ਆ ਗਿਆ ਦੁਬਾਰਾ, ਜਾਂ ਇਹ ਵੀ ਕਿ ਸਰਕਾਰ ਦੀ ਚਾਲ ਹੈ? ਕਰੋਨਾ ਦੇਖੋ ਸਰਕਾਰ ਦੀ ਚਾਲ ਮੈਂ ਕਹਿ ਸਕਦੀ ਹਾਂ ਕਿ ਮਤਲਬ ਜਿੱਦਾਂ ਕਹਿ ਰਹੇ ਨੇ ਕਿ ਕਰੋਨਾ ਦੇ ਕੇਸਿਸ ਵੱਧ ਰਹੇ ਨੇ, ਤੇ ਹੋ ਵੀ ਸਕਦਾ ਹੈ ਕਿ ਵੱਧ ਰਹੇ ਨੇ, ਕਿਉਂਕਿ ਮਤਲਬ ਹੁਣ ਜਿੱਦਾਂ ਸਕੂਲ ਦੁਆਰਾ ਸ਼ੁਰੂ ਹੋ ਗਏ ਸੀਗੇ, ਲੇਕਿਨ ਹੁਣ ਟੀਚਰਸ ਕਹਿੰਦੀਆਂ ਨੇ ਕਿ ਕਰੋਨਾ ਦੇ ਕੇਸਿਸ ਵੱਧ ਰਹੇ ਨੇ ਤਾਂ ਹੁਣ ਅਸੀਂ ਆਨਲਾਈਨ ਹੀ ਲਵਾਂਗੇ। ਮਤਲਬ ਆਪਾਂ ਕਹਿ ਵੀ ਸਕਦੇ ਹਾਂ ਤੇ ਨਹੀਂ ਵੀ ਕਹਿ ਸਕਦੇ। ਸਰਕਾਰ ਦਾ ਰਵੱਈਆ ਕੀ ਲੱਗਦਾ? 100 ਦਿਨ ਪੂਰੇ ਹੋ ਚੁੱਕੇ ਨੇ, ਤੁਸੀਂ ਪਹਿਲੇ ਦਿਨ ਤੋਂ ਇਹਦੇ ਨਾਲ ਜੁੜੇ ਹੋਏ ਹੋ। ਲੋਕ ਅੱਜ ਵੀ ਉੱਥੇ ਸਿੰਘੂ ਮੋਰਚੇ ਤੇ ਜਾਂਦੇ ਹੋਣਗੇ ਤਾਂ ਦੇਖਦੇ ਹੋਣਗੇ ਬਾਬੇ ਜਿਹੜੇ ਪਹਿਲੇ ਦਿਨ ਬੈਠੇ ਸੀ ਉਹ ਅੱਜ ਵੀ ਬੈਠੇ ਆ। ਅੱਜ ਵੀ ਉਹਨਾਂ ਦਾ ਉਹੀ ਕਹਿਣਾ 100 ਦਿਨ ਪੂਰੇ ਹੋ ਗਏ, ਉਸ ਤੋਂ ਉੱਪਰ ਵੀ ਦਿਨ ਟੱਪ ਗਏ, ਸਰਕਾਰ ਦਾ ਰਵੱਈਆ ਉੱਥੇ ਹੀ ਖੜਾ। ਸਾਰੀ ਸਥਿਤੀ ਨੂੰ ਦੇਖ ਕੇ ਕੀ ਲੱਗਦਾ? ਇਹ ਜਿਹੜੇ 100 ਦਿਨ ਪੂਰੇ ਹੋ ਗਏ, ਇਹ ਆਪਾਂ ਕਹਿ ਸਕਦੇ ਹਾਂ ਕਿਸਾਨਾਂ ਦਾ ਇੱਕ ਸਬਰ ਹੈ ਤੇ ਸਰਕਾਰ ਦਾ ਜਬਰ। ਅਸੀਂ ਆਪਣਾ ਸਬਰ ਵਿਖਾ ਰਹੇ ਹਾਂ ਤੇ ਸਰਕਾਰ ਆਪਣਾ ਜਬਰ ਵਿਖਾ ਰਹੀ ਹੈ। ਸਰਕਾਰ ਨੂੰ ਇਹ ਬਿੱਲ ਵਾਪਸ ਲੈਣੇ ਹੀ ਪੈਣੇ ਨੇ, ਉਹ ਭਾਵੇਂ ਇਸ ਨੂੰ ਜਿੰਨਾ ਮਰਜ਼ੀ ਲੰਬਾ ਖਿੱਚ ਲਵੇ, ਕਿਉਂਕਿ ਪਹਿਲਾਂ ਪਗੜੀ ਸੰਭਾਲ ਜੱਟਾ ਵੀ 9 ਮਹੀਨੇ ਚੱਲਿਆ ਸੀਗਾ, ਤਾਂ ਇਹ ਵੀ ਸੰਘਰਸ਼ ਮੈਨੂੰ ਲੱਗਦਾ ਕਿ ਲੰਬਾ ਚੱਲੇਗਾ, ਲੇਕਿਨ ਅਸੀਂ ਆਪਣੀ ਜਿੱਤ ਹਾਸਿਲ ਕਰਕੇ ਜਾਵਾਂਗੇ। ਇਤਿਹਾਸ ਦੇ ਨਾਲ ਇਹਨੂੰ ਬਾਰ-ਬਾਰ ਜੋੜਿਆ ਜਾ ਰਿਹਾ, ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਹੋ ਜੇ, ਚਾਚਾ ਅਜੀਤ ਸਿੰਘ ਦੀ ਗੱਲ ਹੋ ਜੇ। ਇਤਿਹਾਸ ਦੇ ਬਾਰੇ ਕੀ ਲੱਗਦਾ ਕਿ ਜਿਹੜੇ ਨੌਜਵਾਨਾਂ ਦੇ ਵਿੱਚ ਇਤਿਹਾਸ ਨੂੰ ਲੈ ਕੇ ਜਾਣਕਾਰੀ ਵਧੀ ਹੈ? ਤੁਸੀਂ ਆਪਣੇ ਨਿੱਜੀ ਤੌਰ ਤੇ ਵੀ ਜੇ ਗੱਲ ਕਰੋ ਤਾਂ ਇਤਿਹਾਸ ਨਾਲ ਸੰਘਰਸ਼ ਨੂੰ ਤੁਹਾਨੂੰ ਜੋੜਿਆ ਹੋਵੇਗਾ। ਕੀ ਲੱਗਦਾ ਇਤਿਹਾਸ ਨੇ ਲੋਕਾਂ ਨੂੰ ਕਿੰਨੀ ਸ਼ਕਤੀ ਪ੍ਰਦਾਨ ਕੀਤੀ, ਖਾਸ ਤੌਰ ਤੇ ਨੌਜਵਾਨਾਂ ਨੂੰ? ਕਿਉਂਕਿ ਕਹਿੰਦੇ ਜਿਹੜਾ ਇਤਿਹਾਸ ਪੜ੍ਹ ਲੈਂਦਾ ਉਹਦੇ ਅੰਦਰ ਕ੍ਰਾਂਤੀ ਜਨਮ ਲੈ ਲੈਂਦੀ ਹੈ। ਇਤਿਹਾਸ ਸਾਨੂੰ ਆਪਾਂ ਦੇਖ ਸਕਦੇ ਹਾਂ ਕਿ ਇਸ ਅੰਦੋਲਨ ਦੇ ਵਿੱਚ ਇਤਿਹਾਸ ਆਪਣੇ ਆਪ ਨੂੰ ਫੇਰ ਦੁਹਰਾ ਰਿਹਾ ਹੈ। ਜਿਵੇਂ ਗਦਰ ਲਹਿਰ ਬਾਰੇ ਸਾਨੂੰ ਪੜ੍ਹਾਇਆ ਤੱਕ ਨਹੀਂ ਜਾਂਦਾ, ਅਸੀਂ ਸਿਰਫ ਸੁਣਦੇ ਹਾਂ, ਅੱਜ ਅਸੀਂ ਵੇਖ ਵੀ ਲਿਆ। ਅਸੀਂ ਮਾਤਾ ਗੁਜਰੀ ਜੀ ਬਾਰੇ ਸੁਣਿਆ ਹੀ ਸੀ ਕਿ ਉਹਨਾਂ ਨੇ ਸ਼ਹਿਬਜ਼ਾਦਿਆਂ ਨਾਲ ਠੰਡੇ ਬੁਰਜ 'ਤੇ ਰਾਤਾਂ ਕੱਟੀਆਂ ਸੀ। ਅਸੀਂ ਹੁਣੇ ਵੇਖਿਆ ਕਿ ਉਹਨਾਂ ਦੇ ਹੀ ਵਾਰਸਾਂ ਠੰਡ ਵਿੱਚ ਬੈਠੇ ਨੇ। ਤਾਂ ਅਸੀਂ ਇਤਿਹਾਸ ਨੂੰ ਆਪਣੇ ਅੱਖਾਂ ਦੇ ਸਾਹਮਣੇ ਖੁਦ ਮਹਿਸੂਸ ਕਰ ਸਕਦੇ ਹਾਂ, ਦੇਖ ਸਕਦੇ ਹਾਂ, ਅਤੇ ਇਹ ਨੌਜਵਾਨਾਂ ਦੇ ਦਿਲ ਦੇ ਵਿੱਚ ਮੈਂ ਕਹਿ ਸਕਦੀ ਹਾਂ ਇੱਕ ਤਰ੍ਹਾਂ ਨਾਲ ਉਤਰ ਗਿਆ ਹੈ।
ਨੌਜਵਾਨਾਂ ਦੀ ਗੱਲ ਕਰੀਏ, ਬੱਚਿਆਂ ਦੀ ਵੀ ਜੇ ਗੱਲ ਕਰੀਏ, ਇੱਥੇ ਆਪਾਂ ਨੂੰ ਬੱਚੇ ਵੀ ਦੇਖਣ ਨੂੰ ਮਿਲਦੇ ਆ। ਬੱਚਿਆਂ ਦੇ ਵਿੱਚ ਉਹਨਾਂ ਨੂੰ ਮਾਪੇ ਲੈ ਕੇ ਆਉਂਦੇ ਆ ਸੰਘਰਸ਼ ਦੇ ਵਿੱਚ। ਪਹਿਲਾ ਸੰਘਰਸ਼ ਹੋ ਗਿਆ ਜਿੱਥੇ ਆਉਣ ਤੋਂ ਕੋਈ ਡਰ ਨਹੀਂ ਰਿਹਾ, ਕੁੜੀਆਂ ਵੀ ਨਹੀਂ ਡਰ ਰਹੀਆਂ, ਬੱਚੇ ਵੀ ਨਹੀਂ ਡਰ ਰਹੇ। ਅਜਿਹੇ ਸੰਘਰਸ਼ ਨੂੰ ਜਿਹੜੇ ਭਾਰਤੀ ਸਰਕਾਰ ਹੈ ਉਹ ਇਹਨੂੰ ਵੱਖ-ਵੱਖ ਤਰ੍ਹਾਂ ਦੇ ਨਾਮ ਦੇ ਰਹੀ ਹੈ, ਅੰਦੋਲਨ ਜੀਵੀ ਕਹਿ ਦਿੱਤਾ ਹੈ ਉਹਨਾਂ ਨੇ। ਅਜਿਹੇ ਜਿਹੜਾ ਰਵੱਈਆ ਭਾਰਤ ਸਰਕਾਰ ਦਾ, ਉਹਨਾਂ ਨੂੰ ਕਿੰਨੇ ਸੰਦੇਸ਼ ਆਪਾਂ ਪਹੁੰਚਾ ਚੁੱਕੇ, ਕਿਸਾਨੀ ਸੰਘਰਸ਼ ਪਹੁੰਚਾ ਚੁੱਕਿਆ। ਤੁਸੀਂ ਜੇ ਉਹਨਾਂ ਨੂੰ ਸੰਦੇਸ਼ ਦੇਣਾ ਹੋਵੇ ਤਾਂ ਨਰਿੰਦਰ ਮੋਦੀ ਨੂੰ ਕੀ ਦਿਓਗੇ? ਮੈਂ ਉਹਨਾਂ ਨੂੰ ਕਹਿਣਾ ਚਾਹਾਂਗੀ ਕਿ ਉਹ ਸਾਨੂੰ ਅੰਦੋਲਨ ਜੀਵੀ ਕਹਿ ਰਹੇ ਨੇ ਤਾਂ ਉਹਨਾਂ ਨੂੰ ਆਜ਼ਾਦੀ ਇਹ ਅੰਦੋਲਨ ਜੀਵੀਆਂ ਕਰਕੇ ਹੀ ਮਿਲੀ ਹੈ, ਨਹੀਂ ਤਾਂ ਉਹਨਾਂ ਦੇ ਮਾਫੀ ਜੀਵੀ ਨੇ ਤਾਂ ਮਾਫੀ ਦੀਆਂ ਚਿੱਠੀਆਂ ਲਿਖਤੀਆਂ ਸੀ। ਉਹ ਸਾਨੂੰ ਅੰਦੋਲਨ ਜੀਵੀ ਕਹਿ ਰਹੇ ਨੇ, ਅਸੀਂ ਉਹਨਾਂ ਨੂੰ ਕੀ ਕਹੀਏ? ਭਾਸ਼ਣ ਜੀਵੀ, ਝੂਠ ਜੀਵੀ, ਜੁਮਲਾ ਜੀਵੀ। ਉਹ ਸਿਰਫ ਝੂਠ ਬੋਲ ਸਕਦੇ ਨੇ, ਹੋਰ ਉਹਨਾਂ 'ਚ ਕੋਈ ਖੂਬੀ ਨਹੀਂ ਹੈਗੀ। ਉਹ ਬਹੁਤ ਵਧੀਆ ਥੀਏਟਰ ਆਰਟਿਸਟ ਵੀ ਨੇ, ਇੰਨੀ ਸੋਹਣੀ ਐਕਟਿੰਗ ਕਰਦੇ ਨੇ ਤੇ ਝੂਠ ਬੋਲਦੇ ਨੇ ਬਸ, ਹੋਰ ਉਹਨਾਂ 'ਚ ਕੋਈ ਖੂਬੀ ਨਹੀਂ ਹੈਗੀ। ਤੁਸੀਂ ਉਹਨਾਂ ਨੂੰ ਥੀਏਟਰ ਆਰਟਿਸਟ ਕਹਿ ਦਿੱਤਾ ਨਰਿੰਦਰ ਮੋਦੀ ਨੂੰ। ਆਪਾਂ ਦੇਖ ਸਕਦੇ ਉਹਨਾਂ ਦੁਆਰਾ ਬਾਰ-ਬਾਰ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਰੈਲੀਆਂ ਕਿਤੇ ਹੋਰ ਕਰਨ ਜਾਂਦੇ ਨੇ, ਪਰ ਗੱਲ ਉਹ ਕਿਸਾਨੀ ਬਿੱਲਾਂ ਦੀ ਕਰਦੇ ਨੇ, ਖੇਤੀ ਕਰਨ ਦੇ। ਹੁਣ ਪਿਛਲੇ ਦਿਨੀ ਵੀ ਨਰਿੰਦਰ ਤੋਮਰ ਨੇ, ਉਹਨਾਂ ਦਾ ਬਿਆਨ ਆਇਆ ਕੱਲ ਕਿ ਅਸੀਂ ਸੋਧਾਂ ਕਰਨ ਨੂੰ ਤਿਆਰ ਹਾਂ। ਦੂਸਰਾ ਬਿਆਨ ਉਹਨਾਂ ਨੇ ਦਿੱਤਾ ਕਿ ਹਜੇ ਤੱਕ ਸਾਨੂੰ ਕਿਸਾਨ ਇਹ ਨਹੀਂ ਸਮਝਾ ਸਕੇ ਕਿ ਇਹਨਾਂ ਬਿੱਲਾਂ ਦੇ ਵਿੱਚ ਕਾਲਾ ਕੀ ਹੈ। ਕੀ ਲੱਗਦਾ ਇਸ ਬਿਆਨ ਦਾ? ਉਹ ਕਹਿ ਰਹੇ ਨੇ ਕਿ ਬਿੱਲਾਂ ਵਿੱਚ ਕਾਲਾ ਕੀ ਹੈ, ਤਾਂ ਅਸੀਂ ਉਹਨਾਂ ਤੋਂ ਪੁੱਛ ਰਹੇ ਹਾਂ ਕਿ ਬਿੱਲਾਂ ਵਿੱਚ ਚਿੱਟਾ ਕੀ ਹੈ। ਉਹ ਸਾਨੂੰ ਚਿੱਟਾ ਨਹੀਂ ਸਮਝਾ ਪਾ ਰਹੇ ਤਾਂ ਅਸੀਂ ਉਹਨਾਂ ਨੂੰ ਕਾਲਾ ਇੰਨਾ ਕੁਝ ਦੱਸਿਆ ਵੀ ਹੈਗਾ ਹੈ। MSP ਕਿਤੇ ਵੀ ਰਿਟਨ 'ਚ ਨਹੀਂ ਆਇਆ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ, ਲੇਕਿਨ ਉਹ ਸਿਰਫ ਇਹ ਸਾਬਿਤ ਕਰ ਰਹੇ ਨੇ ਕਿ ਬਿੱਲ ਬਹੁਤ ਅੱਛੇ ਨੇ, ਲੇਕਿਨ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਬਿੱਲ ਚਾਹੀਦੇ ਹੀ ਨਹੀਂ। ਉਹ ਜ਼ਬਰਦਸਤੀ ਸਾਡੇ 'ਤੇ ਇਹ ਬਿੱਲ ਥੋਪ ਰਹੇ ਨੇ। ਹੁਣ ਸੰਘਰਸ਼ ਦਾ ਭਵਿੱਖ ਕੀ ਲੱਗਦਾ ਹੈ ਕਿ ਹੁਣ ਤੱਕ ਸਰਕਾਰ ਮੰਨ ਨਹੀਂ ਰਹੀ, ਅੜੀ ਹੋਈ ਹੈ 11 ਗੇਟ ਦੀਆਂ ਮੀਟਿੰਗਾਂ ਤੋਂ ਬਾਅਦ ਹੁਣ ਤੱਕ ਕੋਈ ਮੀਟਿੰਗ ਨਹੀਂ ਹੋਈ, ਨਾ ਹੀ ਸਰਕਾਰ ਵੱਲੋਂ ਸੱਦਾ ਆ ਰਿਹਾ, ਨਾ ਹੀ ਜਥੇਬੰਦੀਆਂ ਵੱਲੋਂ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਰੱਦ ਹੋਣ ਦੀ ਗੱਲ ਨਹੀਂ ਹੁੰਦੀ ਅਸੀਂ ਜਾਵਾਂਗੇ ਨਹੀਂ। ਇਸ ਦਾ ਕੀ ਲੱਗਦਾ ਹੈ ਕਿ ਹੁਣ ਦਬਾਅ ਵਧੇਗਾ ਕਿਉਂਕਿ ਚੋਣਾਂ ਵੀ ਆ ਰਹੀਆਂ ਨੇ? ਹੁਣ ਦੇਖੋ ਜਿਵੇਂ ਚੋਣਾਂ ਆ ਰਹੀਆਂ ਨੇ ਤਾਂ ਕੋਈ ਵੀ ਉਮੀਦ ਆਪਾਂ ਰੱਖ ਨਹੀਂ ਸਕਦੇ ਕਿ ਉਹਨਾਂ ਨੂੰ ਵੋਟਾਂ ਪੈਣਗੀਆਂ, ਲੋਕ ਉਹਨਾਂ ਦੇ ਹੱਕ ਵਿੱਚ ਖੜਨਗੇ, ਕਿਉਂਕਿ ਆਲਰੇਡੀ ਉਹਨਾਂ ਨੇ ਲੋਕਾਂ ਨੂੰ ਇੰਨਾ ਸਤਾਇਆ ਪਿਆ ਹੈ। ਕੱਲਾ ਬੰਦਾ ਉਹਨਾਂ ਨੂੰ ਇੰਨਾ ਦਾ ਲਾਣਤਾ ਪਾ ਰਿਹਾ ਤਾਂ ਬੰਦਾ ਤਾਂ ਵੈਸੇ ਹੀ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਉਸਨੂੰ, ਹੈ ਨਾ। ਤੇ ਮਤਲਬ ਹੁਣ ਜਿੱਦਾਂ ਚੋਣਾਂ ਆ ਰਹੀਆਂ ਨੇ, ਮੈਨੂੰ ਲੱਗਦਾ ਉਹਨਾਂ ਨਾਲ ਕੋਈ ਵੀ ਸਪੋਰਟ ਕਰੇਗਾ ਉਹਨਾਂ ਨੂੰ ਤੇ ਉਹ ਹਾਰਨਗੇ ਜ਼ਰੂਰ। ਜਿਹੜੇ ਆਪਾਂ ਅੱਜ ਦੇਖੇ ਚੱਪੜਚਿੜੀ ਦੇ ਤੇ ਵੀ ਸਥਾਨ ਤੇ ਵੀ ਜਿਹੜੇ ਝੰਡੇ ਨੇ, ਕਿਸਾਨੀ ਝੰਡੇ ਕਿੰਨੇ ਝੂਲਦੇ ਨਜ਼ਰ ਆ ਰਹੇ ਨੇ, ਜਿਨ੍ਹਾਂ ਝੰਡਿਆਂ ਨੂੰ 26 ਜਨਵਰੀ ਨੂੰ ਉਹਨਾਂ ਨੇ ਕਹਿ ਦਿੱਤਾ ਸੀ ਵੀ ਤਿਰੰਗੇ ਝੰਡੇ ਦਾ ਅਪਮਾਨ ਕੀਤਾ। ਇਹਦੇ ਝੰਡੇ ਉਹਨਾਂ ਦੀ ਗਿਣਤੀ ਸਗੋਂ ਵੱਧਦੀ ਜਾ ਰਹੀ ਹੈ। ਇਹ ਜੋਸ਼ ਵੇਖ ਕੇ ਕਿੰਝ ਮਹਿਸੂਸ ਹੁੰਦਾ? ਤਿਰੰਗਾ ਝੰਡਾ ਜਿਹੜਾ ਉਹ ਕਹਿੰਦੇ ਨੇ ਕਿ ਉਹਨਾਂ ਨੇ ਉਸ ਦਿਨ ਅਪਮਾਨ ਕੀਤਾ ਸੀ, ਤਾਂ ਮੈਂ ਉਹਨਾਂ ਨੂੰ ਇਹ ਗੱਲ ਕਲੀਅਰ ਕਰਨੀ ਚਾਹੁੰਦੀ ਹਾਂ ਕਿ ਤਿਰੰਗੇ ਝੰਡੇ ਨੂੰ ਉਹਨਾਂ ਨੇ ਹੱਥ ਵੀ ਨਹੀਂ ਸੀ ਲਾਇਆ। ਤੇ ਜਿਹੜੇ ਕਿਸਾਨੀ ਦੇ ਝੰਡੇ ਸੀਗੇ, ਜਿਹੜੇ ਨਿਸ਼ਾਨ ਸਾਹਿਬ ਸੀਗੇ, ਉਹਨਾਂ ਨੇ ਉਸ ਤੋਂ ਬਹੁਤ ਦੂਰ ਤੇ ਬਹੁਤ ਨੀਚੇ ਲਗਾਏ ਸੀਗੇ। ਤਿਰੰਗਾ ਆਪਣੀ ਜਗ੍ਹਾ ਉਸੇ ਤਰ੍ਹਾਂ ਸੀਗਾ ਤੇ ਉਹ ਤਿਰੰਗਾ ਤੇ ਜਿਹੜੇ ਇਹ ਨਿਸ਼ਾਨ ਸਾਹਿਬ ਨੇ ਉਹ ਇੱਕ ਵਾਰ ਨਹੀਂ, ਪਹਿਲਾਂ ਵੀ ਬਹੁਤ ਵਾਰ ਝੂਲੇ ਨੇ ਉੱਥੇ, ਤੇ ਹੁਣ ਉਹਨਾਂ ਨੂੰ ਇਸ ਤੋਂ ਤਕਲੀਫ ਹੋਈ ਆ। ਉਹ ਬਸ ਇਹ ਸੰਘਰਸ਼ ਨੂੰ ਇੱਕ ਅਲੱਗ ਮੋੜ ਤੇ ਲੈ ਕੇ ਜਾਣਾ ਚਾਹੁੰਦੇ ਨੇ। ਪਹਿਲਾਂ ਸ਼ੰਭੂ ਮੋਰਚੇ ਤੇ ਫਿਰ ਸਿੰਘੂ ਮੋਰਚੇ ਤੇ ਨਾਟਕ ਕਰਕੇ, ਆਪਣੀ ਪ੍ਰਦਰਸ਼ਨੀ ਕਰਕੇ ਲੋਕਾਂ ਦੇ ਵਿੱਚ ਆਪਣਾ ਸੰਦੇਸ਼ ਦਿੰਦੇ ਸੀ। ਹੁਣ ਤੁਹਾਡੇ ਦੁਆਰਾ ਕਿਸ ਤਰ੍ਹਾਂ ਇਸ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰਕੇ ਜਿਹੜਾ ਇਹਦੇ ਵਿੱਚ ਸ਼ਾਮਿਲ ਹੋਇਆ ਜਾ ਰਿਹਾ, ਜਾਂ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਹੁਣ ਤੁਸੀਂ ਕਰ ਰਹੇ ਹੋ? ਇਸ ਸੰਘਰਸ਼ ਦੇ ਵਿੱਚ ਮੈਂ ਉਸੇ ਤਰ੍ਹਾਂ ਆਪਣੇ ਸਪੀਚ ਨਾਲ, ਆਪਣੇ ਪਲੇ ਨਾਲ ਲੋਕਾਂ ਦੇ ਵਿੱਚ ਜਾਣਕਾਰੀ ਹਾਸਲ ਕਰਦੀ ਹਾਂ ਤੇ ਉਹਨਾਂ ਨੂੰ ਵੀ ਜਾਣਕਾਰੀ ਦਿੰਦੀ ਹਾਂ। ਬੱਚਿਆਂ ਦੀ ਜੇ ਗੱਲ ਕਰੀਏ, ਬੱਚੇ ਹੁਣ ਜਿਹੜੇ ਘਰੇ ਵੀ ਬੈਠੇ ਨੇ ਜਾਂ ਛੋਟੇ ਬੱਚੇ ਤੁਹਾਡੀ ਉਮਰ ਦੇ ਕਹਿ ਲਈਏ, ਉਹਨਾਂ ਦੇ ਵਿੱਚ ਜਾਣਕਾਰੀ ਹੁਣ ਅੱਗੇ ਨਾਲੋਂ ਵਧੀ ਹੈ? ਜਿਵੇਂ ਜਿਵੇਂ ਸੰਘਰਸ਼ ਲੰਬਾ ਹੁੰਦਾ ਜਾ ਰਿਹਾ, ਸ਼ਾਇਦ ਹੋਰ ਬੱਚਿਆਂ ਨੂੰ ਵੀ ਇਹਦੇ ਬਾਰੇ ਜਾਣਕਾਰੀ ਹੁੰਦੀ ਹੋਵੇ। ਉਹ ਵੀ ਕਹਿੰਦੇ ਹਨ ਕਿ ਅਸੀਂ ਵੀ ਸਿੰਘੂ ਮੋਰਚੇ ਤੇ ਜਾਣਾ ਹੈ। ਉਹਨਾਂ ਦੇ ਵਿੱਚ ਜਾਣਕਾਰੀ ਨੂੰ ਕਿਵੇਂ ਦੇਖਦੇ ਹੋ? ਉਹਨਾਂ ਦੇ ਵਿੱਚ ਜਾਣਕਾਰੀ ਜਿਵੇਂ ਪਹਿਲਾਂ ਮਤਲਬ ਆਪਾਂ ਦੇਖ ਸਕਦੇ ਸੀ ਕਿ ਪਹਿਲਾਂ ਦੇ ਬੱਚਿਆਂ ਨੂੰ ਇੰਨੀ ਚੀਜ਼ਾਂ ਪਤਾ ਨਹੀਂ ਸੀਗੀਆਂ, ਤੇ ਹੁਣ ਇਸ ਅੰਦੋਲਨ ਕਰਕੇ ਉਹਨਾਂ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਿਆ। ਸਾਡੇ ਇਤਿਹਾਸ ਬਾਰੇ ਪਤਾ ਲੱਗਿਆ ਕਿ ਸਾਡੇ ਨਾਲ ਕੀ ਕੀ ਹੋਇਆ, ਤੇ ਮਤਲਬ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਖੇਤੀ ਨਾਲ ਵੀ ਜੁੜਨ ਦਾ ਮੌਕਾ ਮਿਲਿਆ ਹੈ। ਉਹਨਾਂ ਨੂੰ ਇਹ ਵੀ ਪਤਾ ਲੱਗਿਆ ਕਿ ਖੇਤਾਂ ਵਿੱਚ ਕੀ ਕੀ ਹੁੰਦਾ ਹੈ ਤੇ ਕਿੱਦਾਂ ਕਿੱਦਾਂ ਕਿਸਾਨ ਜਿਹੜੀ ਫਸਲ ਹੈ ਉਹਨੂੰ ਉਗਾਉਂਦਾ ਹੈ ਆਪਣੇ ਪੁੱਤਾਂ ਦੀ ਤਰ੍ਹਾਂ, ਤੇ ਫਿਰ ਉਹਨੂੰ ਅੱਗੇ ਵੇਚਦਾ ਹੈ। ਤੁਸੀਂ ਇਸ ਦੇਸ਼ ਦਾ ਭਵਿੱਖ ਹੋ, ਨੌਜਵਾਨੀ ਤੇ ਬੱਚੇ ਦੇਸ਼ ਦਾ ਭਵਿੱਖ ਮੰਨੇ ਜਾਂਦੇ ਆ। ਚੋਣਾਂ ਆਉਣ ਵਾਲੀਆਂ, ਚੋਣਾਂ ਦੇ ਬਾਰੇ ਕੀ ਰਵੱਈਏ ਰੱਖਦੇ ਹੋ ਕਿ ਇਹਨਾਂ ਚੋਣਾਂ ਦੇ ਵਿੱਚ ਨੌਜਵਾਨਾਂ ਨੂੰ ਜਾਂ ਲੋਕਾਂ ਨੂੰ ਕਿਹੜੇ ਪਾਸੇ ਜਾ ਕੇ ਝੁਕਣਾ ਚਾਹੀਦਾ, ਵੋਟ ਕਿਹਨੂੰ ਪਾਉਣੀ ਚਾਹੀਦੀ ਹੈ? ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਵੋਟ ਕਿਸੇ ਨੂੰ ਵੀ ਨਹੀਂ ਪਾਉਣੀ ਚਾਹੀਦੀ। ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਜਿੱਦਾਂ ਲੱਖਾ ਸਿਧਾਣਾ ਤੇ ਦੀਪ ਸਿੱਧੂ ਨੇ, ਮੇਰੇ ਮਨ 'ਚ ਇਹ ਖਿਆਲ ਹੈ ਕਿ ਉਹਨਾਂ ਨੂੰ ਇੱਕ ਅਲੱਗ ਆਪਣੀ ਜਥੇਬੰਦੀ ਬਣਾ ਲੈਣੀ ਚਾਹੀਦੀ ਹੈ, ਨੌਜਵਾਨ ਜਥੇਬੰਦੀ। ਤੇ ਮਤਲਬ ਜਿੱਦਾਂ ਉਹਨਾਂ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਹੈਗੇ ਨੇ ਉਹ ਸਾਥੀ ਨੇ, ਤੇ ਫਿਰ ਜਿੱਦਾਂ ਲੱਖ ਬੰਦਾ ਵੀ ਜੁੜ ਜਾਏਗਾ ਤਾਂ ਇੱਕ ਰੁਪਏ ਵੀ ਜੇ ਬੰਦਾ ਕਰੇਗਾ ਤਾਂ ਸਾਡੇ ਕੋਲ ਬਹੁਤ ਸਾਰੇ ਪੈਸੇ ਹੋਣਗੇ, ਤੇ ਉਹ ਆਪਾਂ
ਅਲੱਗ-ਅਲੱਗ ਜਗ੍ਹਾਵਾਂ ਤੇ ਲਾ ਸਕਦੇ ਹਾਂ, ਜਿੱਦਾਂ ਕਰਜ਼ੇ ਨਾਲ ਮਰ ਰਹੇ ਕਿਸਾਨਾਂ ਦੇ ਮਦਦ ਕਰ ਸਕਦੇ ਹਾਂ ਤੇ ਹੋਰ ਵੀ ਜਿੱਦਾਂ ਸੜਕ ਤੇ ਬੱਚੇ ਭੁੱਖੇ ਮਰ ਜਾਂਦੇ ਨੇ ਉਹਨਾਂ ਦੀ ਮਦਦ ਕਰ ਸਕਦੇ ਹਾਂ ਤੇ ਸਮਾਜਿਕ ਸੇਵਾ ਵੀ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ। ਲੱਖੇ ਸਦਾਣੇ ਤੇ ਦੀਪ ਸਿੱਧੂ ਦੀ ਗੱਲ ਕੀਤੀ ਤੁਸੀਂ 26 ਜਨਵਰੀ ਦੇ ਮਾਮਲੇ 'ਚ ਦਿੱਲੀ ਪੁਲਿਸ ਉਹਨਾਂ ਨੂੰ ਮੁਜਰਮ ਮੰਨ ਰਹੀ ਹੈ। 1 ਲੱਖ ਰੁਪਏ ਦਾ ਇਨਾਮ ਲੱਖੇ ਸਦਾਣੇ ਦੇ ਉੱਪਰ ਤੇ ਦੀਪ ਸਿੱਧੂ ਇਸ ਵੇਲੇ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਉਹ ਸਾਡੇ ਹੀ ਪੁੱਤ ਨੇ। ਉਹਨਾਂ ਦੁਆਰਾ ਹੁਣ ਬਿਆਨ ਦਿੱਤੇ ਜਾ ਰਹੇ ਨੇ ਕਿ ਕੋਈ ਵੀ ਨੌਜਵਾਨ ਪੰਜਾਬ ਦਾ ਪੁੱਤ ਉਹ ਸਾਡਾ ਹੀ ਹੈ, ਭਾਵੇਂ ਉਹ ਲੱਖਾ ਸਦਾਣਾ ਹੋਵੇ ਭਾਵੇਂ ਦੀਪ ਸਿੱਧੂ ਹੋਵੇ। ਕਿਸਾਨ ਜਥੇਬੰਦੀਆਂ ਤੇ ਇਹ ਜਿਹੜੇ ਨੌਜਵਾਨ ਨੇ ਇਹਨਾਂ ਦੇ ਵਿਚਕਾਰ ਜਿਹੇ ਜਿਹੀਆਂ ਵੀ ਸਥਿਤੀਆਂ ਪੈਦਾ ਹੋਈਆਂ, ਕੀ ਲੱਗਦਾ ਕਿ ਹੁਣ ਮੇਲ ਦੁਆਰਾ ਕਿਵੇਂ ਹੋਵੇਗਾ? ਪਹਿਲਾਂ ਜਿੱਦਾਂ ਪੁੱਛਦੇ ਸੀਗੇ ਰਿਪੋਰਟਰਸ ਕਿਸਾਨ ਜਥੇਬੰਦੀਆਂ ਤੋਂ ਕਿ ਕੀ ਮਤਲਬ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਤਾਂ ਉਹ ਕਹਿ ਦਿੰਦੇ ਸੀ ਨੋ ਕਮੈਂਟਸ, ਸਾਨੂੰ ਇਹਨਾਂ ਬਾਰੇ ਕੁਝ ਨਹੀਂ ਪਤਾ ਹੈ ਨਾ। ਤੇ ਹੁਣ ਜਿਵੇਂ ਬਠਿੰਡੇ ਦੇ ਵਿੱਚ ਇਕੱਠ ਹੋਇਆ ਸੀਗਾ, ਨਿੱਕੇ ਜਿਹੇ ਸੱਦੇ ਤੋਂ ਇਹਨਾਂ ਲੱਖਾਂ ਦਾ ਉੱਥੇ ਇਕੱਠ ਹੋਇਆ ਸੀਗਾ, ਤਾਂ ਮੈਨੂੰ ਲੱਗਦਾ ਹੈ ਕਿ ਕਿਸਾਨ ਜਥੇਬੰਦੀਆਂ ਉਸ ਤੋਂ ਡਰ ਗਈਆਂ ਨੇ ਤੇ ਉਹ ਹੁਣ ਉਹਨਾਂ ਨੂੰ ਐਂ ਕਹਿੰਦੇ ਨੇ ਕਿ ਉਹ ਸਾਡੇ ਹੀ ਬੱਚੇ ਨੇ। ਤੇ ਮਤਲਬ ਹੁਣ ਜਿੱਦਾਂ ਕਿਸਾਨ ਜਥੇਬੰਦੀਆਂ ਵਿੱਚ ਤੇ ਨੌਜਵਾਨਾਂ ਵਿੱਚ ਜਿਹੜਾ ਰੋਸ ਸੀਗਾ ਦੀਪ ਸਿੱਧੂ ਤੇ ਲੱਖੇ ਸਦਾਣੇ ਨੂੰ ਲੈ ਕੇ ਉਹ ਘਟ ਰਿਹਾ ਹੈ। ਸੋ ਆਪਾਂ ਇਹੀ ਕਹਿ ਸਕਦੇ ਹਾਂ ਕਿ ਜਿਹੜੇ ਨੌਜਵਾਨ ਆ ਉਹਨਾਂ ਦੀ ਜ਼ਰੂਰਤ ਕਿਸਾਨ ਜਥੇਬੰਦੀਆਂ ਨੂੰ ਸਮਝ ਹੁਣ ਆ ਗਈ ਹੈ, ਜਾਂ ਉਹਨਾਂ ਨੂੰ ਵੀ ਪਤਾ ਹੈ ਕਿ ਜਿੰਨਾ ਟਾਈਮ ਨੌਜਵਾਨੀ ਸੰਘਰਸ਼ ਦੇ ਨਾਲ ਖੜੀ ਨਹੀਂ ਹੋਵੇਗੀ ਉਹਨਾਂ ਟਾਈਮ ਇਹ ਸੰਘਰਸ਼ ਜਿੱਤਿਆ ਨਹੀਂ ਜਾ ਸਕਦਾ। ਦੂਸਰੀ ਗੱਲ ਇਸ ਦੇ ਨਾਲ ਨਾਲ ਜਿਹੜੀ ਹੁਣ ਮੰਗ ਆਮ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਉਹ ਸਿਆਸਤ ਦੇ ਪ੍ਰਤੀ ਹੈ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਸਿਆਸਤ ਦੇ ਵਿੱਚ ਵੀ ਜਾਣਾ ਚਾਹੀਦਾ। ਦੀਪ ਸਿੱਧੂ ਤੇ ਲੱਖੇ ਸਦਾਣੇ ਦੀ ਪਾਰਟੀ ਬਣਾਉਣ ਦੀ ਵੀ ਗੱਲ ਕੀਤੀ ਗਈ ਹੈ। ਸੋ ਇਸ ਤਰ੍ਹਾਂ ਤੁਹਾਡੇ ਨਾਲ ਹੋਰ ਜਾਣਕਾਰੀਆਂ ਜਿਹੜੀਆਂ ਕਹਾਣੀਆਂ ਸਾਂਝੀਆਂ ਕਰਦੇ ਰਹਾਂਗੇ। ਕੈਮਰਾਮੈਨ ਸੁਨੀਲ ਦੇ ਨਾਲ ਰਾਜਦੀਪ ਕੌਰ ਚੱਪੜਚਿੜੀ।